ਕਰ ਰਹੀ ਸੀਗੀ, ਕਾਫੀ ਸਾਰੇ ਮੈਸੇजेस ਆਏ ਹੋਏ ਸੀ ਤੇ ਨਾ ਮਮਸ ਦੇ ਕੁਝ ਕਨਸਰਨਸ ਹੈਗੇ ਸੀਗੇ ਤੇ ਉਹਨਾਂ ਵਿੱਚ ਸੀਗਾ ਰਿਕੁਐਸਟ ਕੀਤੀ ਹੋਈ ਸੀ ਕਿ ਅਸੀਂ ਇਹਨਾਂ ਚੀਜ਼ਾਂ ਤੇ ਗੱਲ ਕਰੀਏ, ਸਪੈਸ਼ਲੀ ਬੱਚਿਆਂ ਬਾਰੇ, ਟੀਨੇਜ ਬੱਚਿਆਂ ਬਾਰੇ ਜਿਹੜੇ 11 12 ਪਲੱਸ ਹੈਗੇ ਨੇ, ਸੈਕੰਡਰੀ ਸਕੂਲ 'ਚ ਜਦੋਂ ਟ੍ਰਾਂਜੀਸ਼ਨ ਹੁੰਦਾ ਜਾਂ 6 ਤੋਂ ਬਾਅਦ ਜਿਹੜੇ ਉਹਨਾਂ ਦੇ ਇਸ਼ੂਜ਼ ਆਉਂਦੇ ਹੈਗੇ ਨੇ, ਜਾਂ ਫਿਰ ਜਿਹੜਾ ਉਹਨਾਂ ਦੇ ਹਾਰਮੋਨਲ ਚੇਂਜਸ ਹੈਗੇ ਨੇ, ਜਾਂ ਫਿਰ ਉਹਨਾਂ ਨੂੰ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਕਿ ਕੁਝ ਪੇਰੈਂਟਸ ਜਿਹੜੇ ਨੇ ਨਾ ਟੈਕਲ ਨਹੀਂ ਕਰ ਪਾਉਂਦੇ, ਜਾਂ ਫਿਰ ਪੇਰੈਂਟਸ ਅਵੇਅਰ ਨਹੀਂ ਹੁੰਦੇ ਹੈਗੇ ਕਿ ਉਸ ਚੀਜ਼ ਨੂੰ ਡੀਲ ਕਿਵੇਂ ਕਰਨਾ ਹੈਗਾ ਆ। ਸੋ ਤੁਸੀਂ ਆਪਣੇ ਵਿਚਾਰ ਦੱਸੋ ਇਸ ਬਾਰੇ। ਸੰਦੀਪ ਕੌਰ, ਅੱਜ ਦਾ ਸਮਾਂ ਨਾ ਜਿਹੜਾ ਬਹੁਤ ਹੀ ਫਾਸਟ ਆ। ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਬੱਚੇ ਸੀ ਉਹਨਾਂ 'ਚ ਇੰਨੀ ਛੇਤੀ ਜਿਹੜੀਆਂ ਇਹ ਤਬਦੀਲੀਆਂ ਨੇ ਉਹ ਨਹੀਂ ਸੀ ਆਉਂਦੀਆਂ ਜਿਵੇਂ ਹੁਣ ਦੇ ਸਮੇਂ 'ਚ ਆ ਰਹੀਆਂ ਨੇ। ਤੇ ਬੱਚੇ ਬਹੁਤ ਛੇਤੀ ਜਿੱਦਾਂ ਵੱਡੇ ਹੋ ਰਹੇ ਲੱਗ ਰਹੇ ਨੇ ਪਹਿਲਾਂ ਦੀ ਨਿਸਬਤ। ਪਹਿਲਾਂ ਬਚਪਨ ਬਹੁਤ ਲੰਬਾ ਚੱਲਦਾ ਸੀ ਪਰ ਹੁਣ ਨਹੀਂ, ਕਿਉਂਕਿ ਟੈਕਨੋਲੋਜੀ ਦਾ ਯੁੱਗ ਹੈ, ਬੱਚਿਆਂ ਦੇ ਹੱਥ ਦੇ ਵਿੱਚ ਹੀ ਸਾਰਾ ਕੁਝ ਆ। ਤੇ ਇਸ ਕਰਕੇ ਜਿਹੜੀਆਂ ਮਾਪਿਆਂ ਦੀਆਂ ਪਰੇਸ਼ਾਨੀਆਂ ਵੀ ਵੱਧ ਰਹੀਆਂ ਨੇ ਤੇ ਕਈ ਵਾਰੀ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਹੁਣ ਕਰੀਏ ਕੀ, ਇਹਨਾਂ ਨਾਲ ਨਜਿੱਠੀਏ ਕਿਵੇਂ। ਬੱਚਿਆਂ ਦੇ ਸਵਾਲ ਬੜੇ ਡਿਫਿਕਲਟ ਨੇ ਜਿਨ੍ਹਾਂ ਦੇ ਜਵਾਬ ਦੇ ਪਾਉਣਾ ਵੀ ਕਈ ਵਾਰੀ ਮਾਵਾਂ ਦੇ ਲਈ ਸਪੈਸ਼ਲੀ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਜਿਹੜੀਆਂ ਮੰਮੀਆਂ ਨੇ ਉਹਨਾਂ ਦੀ ਗੋਦ ਦੇ ਵਿੱਚ ਬੱਚੇ ਪਲਦੇ ਨੇ, ਵੱਡੇ ਹੁੰਦੇ ਨੇ, ਸਕੂਲ ਲੈ ਕੇ ਜਾਂਦੀਆਂ ਨੇ ਬੱਚਿਆਂ ਨੂੰ ਤੇ ਜ਼ਿਆਦਾ ਟਾਈਮ ਸਪੈਂਡ ਉਹ ਕਰਦੀਆਂ ਨੇ ਤੇ ਇਸ ਕਰਕੇ ਉਹਨਾਂ ਦੀਆਂ ਪਰੇਸ਼ਾਨੀਆਂ ਵੱਧਦੀਆਂ ਜਾਂਦੀਆਂ ਨੇ ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਜਾਂਦੇ ਨੇ, ਸਪੈਸ਼ਲੀ ਜਦੋਂ ਉਹ ਟੀਨ ਏਜ ਦੇ ਵਿੱਚ ਪਹੁੰਚਦੇ ਨੇ। ਤੇ ਕਿਉਂਕਿ ਤੁਹਾਡੇ ਵੀ ਆਪਣੇ ਬੱਚੇ ਹੈਗੇ, ਮੇਰੇ ਕੋਲ ਮੇਰੀਆਂ ਟੀਨ ਏਜ ਜਿਹੜੀਆਂ ਡੋਟਰਸ ਨੇ ਤੇ ਮੈਂ ਇਸ ਚੀਜ਼ ਨੂੰ ਬਾਖੂਬੀ ਸਮਝਦੀ ਹਾਂ ਕਿ ਇਹ ਬੜਾ ਜਿੱਦਾਂ ਮੁਸ਼ਕਲਾਂ ਭਰਿਆ ਸਮਾਂ ਹੈਗਾ ਤੇ ਮਾਵਾਂ ਨੂੰ ਬਹੁਤ ਜਿੱਦਾਂ ਸੰਭਲ ਕੇ ਕਦਮ ਰੱਖਣਾ ਪੈਂਦਾ ਹੈ। ਪਰ ਇਹਦੇ ਲਈ ਮੇਰਾ ਖਿਆਲ ਹੈ ਕਿ ਜ਼ਰੂਰੀ ਹੈ ਛੋਟੇ ਬੱਚਿਆਂ ਵਾਲੀਆਂ ਮਾਵਾਂ ਨੂੰ ਮੈਂ ਇਹੀ ਕਹਾਂਗੀ ਕਿ ਸ਼ੁਰੂ ਤੋਂ ਆਪਣੇ ਬੱਚਿਆਂ ਨਾਲ ਦੋਸਤੀ ਵਾਲਾ ਸੰਬੰਧ ਬਣਾਈਏ। ਜਾਂ ਜਿਉਂ-ਜਿਉਂ ਜਿਹੜੇ ਬੱਚੇ ਨੇ ਨਾ, ਭਾਵੇਂ ਮੁੰਡੇ ਨੇ ਭਾਵੇਂ ਕੁੜੀਆਂ, ਮਤਲਬ ਧੀਆਂ ਨੇ ਭਾਵੇਂ ਪੁੱਤਰ, ਤੇ ਉਹ ਤੁਹਾਡੇ ਨਾਲ ਏਦਾਂ ਦੀ ਸਾਂਝ ਮਹਿਸੂਸ ਕਰਨ ਕਿ ਕਦੇ ਉਹ ਜਿਹੜਾ ਗੈਪ ਆ ਨਾ, ਜਨਰੇਸ਼ਨ ਗੈਪ, ਉਹ ਪਵੇ ਹੀ ਨਾ ਤੇ ਬੱਚੇ ਤੁਹਾਡੇ ਨਾਲ ਹਰ ਗੱਲ ਕਰਨ ਤੇ ਤੁਸੀਂ ਉਹਨਾਂ ਨਾਲ ਗੱਲ ਕਰ ਸਕੋ। ਫਿਰ ਉਹਨਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਜੋ ਇਸ ਟਾਈਮ ਦੇ ਵਿੱਚ ਆਉਂਦੀਆਂ ਨੇ, ਬਚਪਨ ਤੋਂ ਜਵਾਨੀ ਦੇ ਵਿਚਕਾਰ ਦਾ ਜਿਹੜਾ ਸਮਾਂ ਹੁੰਦਾ ਹੈ, ਹਾਰਮੋਨਸ ਚੇਂਜ ਹੁੰਦੇ ਨੇ, ਫਿਜ਼ੀਕਲ ਜਿਹੜੀਆਂ ਚੇਂਜਸ ਨੇ ਉਹ ਕਿੰਨੀਆਂ ਸਾਰੀਆਂ ਆਉਂਦੀਆਂ ਨੇ ਤੇ ਇਹਦੇ ਨਾਲ ਨਾਲ ਪੜ੍ਹਾਈ ਦਾ ਜਿਹੜਾ ਬਰਡਨ ਹੈ ਉਹ ਵੀ ਵੱਧਦਾ ਜਾਂਦਾ ਹੈ। ਆਲੇ ਦੁਆਲੇ ਜਿਹੜਾ ਫਰੈਂਡ ਸਰਕਲ ਹੈ ਉਹਦੇ ਵਿੱਚ ਵੀ ਬਹੁਤ ਸਾਰੀਆਂ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਨੇ, ਭਾਵੇਂ ਸਾਨੂੰ ਉਹ ਦੇਖਣ ਨੂੰ ਨਿੱਕੀਆਂ ਨਿੱਕੀਆਂ ਲੱਗਦੀਆਂ ਨੇ ਪਰ ਉਹਨਾਂ ਦੀ ਉਮਰ ਮੁਤਾਬਕ ਇਹ ਬਹੁਤ ਕੁਝ ਹੁੰਦਾ ਹੈ ਜਿਹੜਾ ਉਹਨਾਂ ਲਈ ਬੜਾ ਵੱਡਾ ਵਾਪਰ ਰਿਹਾ ਉਹਨਾਂ ਨੂੰ ਨਜ਼ਰ ਆਉਂਦਾ ਹੈ। ਇਹਦੇ ਇਲਾਵਾ ਹੋਰ ਤਾਂ ਹੋਰ, ਜੇ ਘਰ ਦੇ ਵਿੱਚ ਕੋਈ ਡਿਫਿਕਲਟ ਟਾਈਮ ਹੋਵੇ, ਜਿਵੇਂ ਕਈ ਵਾਰੀ ਪੇਰੈਂਟਸ ਦੇ ਵਿੱਚ ਜਿਹੜੀ ਸੈਪਰੇਸ਼ਨ ਹੋ ਜਾਂਦੀ ਹੈ, ਜਾਂ ਜਿਹੜਾ ਪਿਤਾ ਆ ਉਹ ਕਿਸੇ ਤਰ੍ਹਾਂ ਦੇ ਨਸ਼ੇ ਕਰਦਾ ਹੈ, ਜਾਂ ਘਰ ਦੇ ਵਿੱਚ ਮਾਤਾ ਪਿਤਾ ਦੀ ਬਣਦੀ ਨਹੀਂ, ਕੋਈ ਕਲਹ ਕਲੇਸ਼ ਰਹਿੰਦਾ ਹੈ, ਤਾਂ ਉਹਦਾ ਵੀ ਬੱਚਿਆਂ ਦੇ ਮਨ ਦੇ ਉੱਪਰ ਬੜਾ ਗਹਿਰਾ ਅਸਰ ਪੈਂਦਾ ਹੈ। ਭਾਵੇਂ ਉਹ ਸਾਨੂੰ ਲੱਗਦਾ ਹੈ ਕਈ ਵਾਰੀ ਉੱਪਰੋਂ ਸਭ ਕੁਝ ਨੋਰਮਲ ਹੈ ਪਰ ਉਹ ਨੋਰਮਲ ਹੁੰਦਾ ਨਹੀਂ ਤੇ ਉਹਦੇ ਰਿਜ਼ਲਟ ਨੇ ਕਈ ਵਾਰੀ ਬਹੁਤ ਭੈੜੇ ਨਿਕਲਦੇ ਨੇ। ਸੋ ਬਹੁਤ ਸਾਰੇ ਕਾਰਨ ਨੇ, ਉਹਨਾਂ ਨੂੰ ਪਛਾਣਨਾ ਤੇ ਉਹਨਾਂ ਦੇ ਨਾਲ ਟੈਕਲ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਇਸ ਏਜ ਦੇ ਵਿੱਚ ਬੱਚਿਆਂ ਨੂੰ ਆਪਣੇ ਨਿੱਘ ਦਾ ਅਹਿਸਾਸ ਕਰਾਉਣਾ, ਉਹਨਾਂ ਨਾਲ ਨੇੜਤਾ ਵਧਾ ਕੇ ਰੱਖਣੀ ਬਹੁਤ ਜ਼ਰੂਰੀ ਹੈ। ਨਹੀਂ ਤਾਂ ਪਤਾ ਨਹੀਂ ਲੱਗਦਾ ਕਿ ਬੱਚੇ ਕਦੋਂ ਗਲਤ ਰਾਹਾਂ ਦੇ ਉੱਪਰ ਪੈ ਜਾਂਦੇ ਨੇ ਜਾਂ ਗਲਤ ਰਸਤੇ ਨੇ ਜਿਹੜੇ ਉਹ ਅਖਤਿਆਰ ਕਰ ਲੈਂਦੇ ਨੇ। ਮੈਂ ਇਹ ਨਹੀਂ ਕਹਿੰਦੀ ਕਿ ਉਹ ਆਪਣੀ ਮਨਮਰਜ਼ੀ ਕਰਨਾ ਸ਼ੁਰੂ ਕਰ ਦਿੰਦੇ ਨੇ, ਮਰਜ਼ੀਆਂ ਕਰਨਾ ਅਲੱਗ ਗੱਲ ਹੈ, ਪਰ ਸਮਾਜ ਦੇ ਵਿੱਚ ਜਿੱਦਾਂ ਗਲਤ ਅਨਸਰ ਬਣ ਕੇ, ਜਿੱਦਾਂ ਸਿਟੀਜ਼ਨ ਨੇ ਜਿਹੜੇ ਉਹ ਵਧੀਆ ਨਾ ਬਣ ਕੇ ਕਿਸੇ ਹੋਰ ਹੀ ਪਾਸੇ ਤੁਰ ਪੈਣਾ, ਇਹ ਬਿਲਕੁਲ ਅਲੱਗ ਗੱਲ ਹੈ। ਕਈ ਸਾਰੇ ਇਹੋ ਜਿਹੇ ਨੇ ਜਿਹੜੇ ਟੀਨ ਏਜ ਦੇ ਵਿੱਚ ਜਾ ਕੇ ਡਰੱਗ ਮਾਫੀਏ ਦੇ ਨਾਲ ਜੁੜ ਜਾਂਦੇ ਨੇ, ਉਹ ਉਹਨਾਂ ਨੂੰ ਫੁਸਲਾ ਲੈਂਦੇ ਨੇ ਤੇ ਉਹਨਾਂ ਨੂੰ ਬਹਿਕਾ ਕੇ ਉਸ ਪਾਸੇ ਤੋਰ ਦਿੰਦੇ ਨੇ ਜਿਹੜਾ ਰਸਤਾ ਇੱਕ ਡੂੰਘੀ ਸੁਰੰਗ ਦੇ ਵਿੱਚੋਂ ਹੀ ਜਾਂਦਾ ਹੈ ਤੇ ਅਖੀਰ ਉਹਦੀ ਕੀ ਹੁੰਦੀ ਹੈ? ਜੇਲ੍ਹ। ਤੇ ਇਸੇ ਤਰ੍ਹਾਂ ਜਿਹੜੀਆਂ ਧੀਆਂ ਨੇ ਸਾਡੀਆਂ, ਤੇ ਪੁੱਤਰਾਂ ਦੀ ਗੱਲ ਹੈ, ਧੀਆਂ ਵੀ ਕਈ ਵਾਰੀ ਜੇਲ੍ਹ ਤੱਕ ਪਹੁੰਚਦੀਆਂ ਨੇ ਤੇ ਜਾਂ ਹੋਰ ਕਿਸੇ ਇਹੋ ਜਿਹੀ ਡੂੰਘੀ ਦਲਦਲ ਦੇ ਵਿੱਚ ਧੱਸ ਜਾਂਦੀਆਂ ਨੇ ਜਿਹਦੇ ਵਿੱਚੋਂ ਨਿਕਲਣਾ ਨਾਮੁਮਕਿਨ ਹੋ ਜਾਂਦਾ ਹੈ, ਨਹੀਂ ਤਾਂ ਕਠਨ ਤਾਂ ਜ਼ਰੂਰ ਹੈ। ਸੋ ਅਸੀਂ ਆਪਣੇ ਕੰਮਾਂ ਕਾਰਾਂ ਨੂੰ ਕਰਦੇ ਹੋਏ, ਮੈਨੂੰ ਪਤਾ ਹੈ ਕਿ ਮਾਵਾਂ ਅੱਜ ਕੱਲ੍ਹ ਬਿਜ਼ੀ ਨੇ, ਦੂਰੀ ਡਿਊਟੀ ਨਿਭਾਉਂਦੀਆਂ ਨੇ, ਉਹਨਾਂ ਲਈ ਬੜਾ ਮੁਸ਼ਕਿਲ ਹੈ, ਪਰ ਫਿਰ ਵੀ ਜਿੰਨਾ ਵੀ ਸਮਾਂ ਮਿਲੇ ਬੱਚਿਆਂ ਦੇ ਨਾਲ ਜਿਹੜਾ ਕੁਆਲਿਟੀ ਟਾਈਮ ਬਿਤਾਉਣਾ
ਬਹੁਤ ਜ਼ਰੂਰੀ ਹੈ। ਉਹਨਾਂ ਨਾਲ ਬੈਠੋ, ਉਹਨਾਂ ਦੀ ਜਿਹੜੀ ਦਿਨਚਰਿਆ ਹੈ ਉਹਦੇ ਬਾਰੇ ਜਾਣੋ, ਉਹਨਾਂ ਦੇ ਫਰੈਂਡ ਸਰਕਲ ਬਾਰੇ ਜਾਣੋ, ਉਹਨਾਂ ਨੂੰ ਆਪਣੇ ਕੰਮਾਂ ਕਾਰਾਂ ਦੇ ਵਿੱਚ ਇਨਵੋਲਵ ਕਰੋ, ਉਹਨਾਂ ਨੂੰ ਦੱਸੋ, ਉਹਨਾਂ ਨੂੰ ਕਦੀ ਸ਼ਾਪਿੰਗ ਲੈ ਕੇ ਜਾਓ, ਕਦੀ ਸਿਨੇਮਾ ਜਾਓ, ਜਿੱਥੇ ਵੀ ਤੁਸੀਂ ਜਾਣਾ ਚਾਹੋ ਟਰਾਈ ਕਰੋ ਕਿ ਬੱਚੇ ਤੁਹਾਡੇ ਨਾਲ ਰਹਿਣ, ਤੁਹਾਡੇ ਤੋਂ ਕਤਰਾਉਣ ਨਾ। ਨਹੀਂ ਤਾਂ ਤੁਹਾਡੇ ਤੇ ਉਹਨਾਂ ਦੇ ਵਿਚਕਾਰ ਇੰਨਾ ਜ਼ਿਆਦਾ ਗੈਪ ਬਣ ਜਾਏਗਾ ਕਿ ਬੱਚੇ ਸਾਰਾ ਕੁਝ ਤੁਹਾਡੇ ਤੋਂ ਲੁਕਾਉਣਾ ਸ਼ੁਰੂ ਕਰ ਦੇਣਗੇ, ਤੇ ਫਿਰ ਜਿਹੜਾ ਬਾਅਦ ਦੇ ਵਿੱਚ ਹੱਥ ਮਲਣੇ ਪੈਂਦੇ ਨੇ, ਮੁਸ਼ਕਿਲ ਹੋ ਜਾਂਦੀ ਹੈ ਜਦੋਂ ਸਾਰਾ ਕੁਝ ਹੱਥੋਂ ਨਿਕਲ ਜਾਂਦਾ ਹੈ। ਮੈਂ ਬਹੁਤ ਸਾਰੀਆਂ ਮਾਵਾਂ ਨੂੰ ਫਿਰ ਅਜਿਹੀਆਂ ਨੂੰ ਵਿਚਾਰੀਆਂ ਨੂੰ ਰੋਂਦਿਆਂ ਦੇਖਿਆ ਕਿ ਹੁਣ ਸਾਡੇ ਹੱਥ ਵਸ ਕੁਝ ਨਹੀਂ ਤੇ ਬੱਚੇ ਸਾਡੇ ਹੱਥਾਂ ਚੋਂ ਨਿਕਲ ਚੁੱਕੇ ਨੇ। ਇਹੋ ਜਿਹੇ ਰਾਹ ਉਹਨਾਂ ਨੇ ਇਖਤਿਆਰ ਕਰ ਲਏ ਨੇ ਜਿਨ੍ਹਾਂ ਦੀ ਮੰਜ਼ਿਲ ਕੋਈ। ਹਾਂਜੀ ਹਾਂਜੀ, ਕਈ ਵਾਰੀ ਨਾ ਅਸੀਂ ਕੀ ਕਰਦੇ ਹਾਂ, ਜਿਹੜੀਆਂ ਸਾਡੀ ਥਿੰਕਿੰਗ ਹੁੰਦੀ ਆ, ਸਾਡੀ ਆਪਣੀ ਸੋਚ ਹੈ ਨਾ, ਉਹ ਅਸੀਂ ਬੱਚਿਆਂ ਤੇ ਥੋਪ ਦਿੰਦੇ ਆ, ਜਿਵੇਂ ਕਿ ਬੱਚੇ ਮਤਲਬ ਸਾਡੀ ਪ੍ਰਾਪਰਟੀ ਹੋਣ। ਪਰ ਐਵੇਂ ਨਹੀਂ ਹੈਗਾ, ਉਹ ਇੱਕ ਮਤਲਬ ਹਿਊਮਨ ਹੈਗਾ ਆ ਬੱਚਾ, ਚਾਹੇ ਜਿੰਨਾ ਵੀ ਛੋਟਾ ਹੈਗਾ ਆ, ਤੇ ਉਹ ਸਿਟੀਜ਼ਨ ਨੇ ਇਸ ਕੰਟਰੀ ਦੇ, ਜਾਂ ਜਿਹੜੀ ਕੰਟਰੀ 'ਚ ਵੀ ਉਹ ਹੈਗੇ ਨੇ। ਤੇ ਜੇ ਅਸੀਂ ਮਤਲਬ ਉਹਨਾਂ ਦਾ ਬਚਪਨ ਤੋਂ ਹੀ ਉਹਨਾਂ ਨੂੰ ਉਹ ਵਾਲੇ ਜਿਹੜਾ ਪ੍ਰੈਸ਼ਰ ਹੈ, ਜਾਂ ਫਿਰ ਅਸੀਂ ਉਹਨਾਂ ਨੂੰ ਟੋਕਦੇ ਰਵਾਂਗੇ, ਬਾਏ ਦਾ ਟਾਈਮ ਉਹ ਥੋੜੇ ਜਿਵੇਂ ਟੀਨੇਜ ਦੇ ਵਿੱਚ, ਇਹ ਵਾਲੇ ਈਅਰਸ ਦੇ ਵਿੱਚ ਜਾਂਦੇ ਹੈਗੇ ਆ, ਤੇ ਉਹਨਾਂ ਨੂੰ ਬੜਾ ਮੁਸ਼ਕਿਲ ਲੱਗਦਾ ਕੋਪ ਅਪ ਕਰਨਾ। ਤੇ ਕਿਉਂਕਿ ਘਰ ਦਾ ਪ੍ਰੈਸ਼ਰ ਹੁੰਦਾ ਆ, ਸਬਜੈਕਟ ਚੂਜ਼ ਕਰਨ ਤੇ ਲਾ ਲਓ, ਡਰੈਸ ਅਪ ਕਰਨ ਤੇ ਲਾ ਲਓ, ਇਹ ਫਰੈਂਡਸ ਨਹੀਂ ਬਣਾਉਣੇ ਹੈਗੇ, ਐਵੇਂ ਦੇ ਮਤਲਬ ਕਾਫੀ ਸਾਰੇ ਗੱਲਾਂ ਹੁੰਦੀਆਂ ਜਿਹੜੇ ਕਈ ਵਾਰੀ ਪੇਰੈਂਟਸ ਬੱਚਿਆਂ ਨੂੰ ਚੂਜ਼ ਕਰਕੇ ਦਿੰਦੇ ਨੇ, ਜਦ ਕਿ ਬੱਚੇ ਨੂੰ ਕੌਨਫੀਡੈਂਸ ਦਿਓ ਕਿ ਥੋੜੀ ਜਿਹੀ ਆਪਣੀ ਚੋਇਸ ਕਰੇ। ਇਹ ਨਹੀਂ ਹੈ ਮਤਲਬ ਹਰ ਇੱਕ ਚੂਜ਼ ਕਰੀ ਜਾਵੇ, ਪਰ ਤੁਸੀਂ ਸਿਲੈਕਸ਼ਨ ਦੇ ਦਿਓ। ਹੁਣ ਜਿਵੇਂ ਨਾ ਸਕੂਲ ਦੇ ਵਿੱਚ ਇੱਥੇ ਹੁੰਦਾ ਹੈਗਾ ਆ, ਛੋਟੇ ਬੱਚਿਆਂ ਨੂੰ, ਨਰਸਰੀ ਕਲਾਸ ਦੇ ਬੱਚੇ, 3-4 ਸਾਲ ਦੇ ਬੱਚਿਆਂ ਨੂੰ ਟੀਚਰਸ ਨੇ ਚੂਜ਼ ਕੀਤਾ ਹੁੰਦਾ ਕਿਹੜੀਆਂ ਐਕਟੀਵਿਟੀਜ਼ ਕਰਾਉਣੀਆਂ ਨੇ, ਮਤਲਬ ਟੇਬਲ ਤੇ ਉਹਨਾਂ ਨੇ ਸੈੱਟ ਆਪ ਕੀਤੀਆਂ ਹੁੰਦੀਆਂ ਨੇ, ਪਰ ਬੱਚੇ ਨੂੰ ਕਹਿੰਦੇ ਨੇ ਯੂ ਕੈਨ ਚੂਜ਼। ਸੋ ਸਿਲੈਕਸ਼ਨ ਉਹਨਾਂ ਨੇ ਆਪ ਦਿੱਤੀ ਹੁੰਦੀ ਹੈ, ਪਰ ਬੱਚੇ ਦਾ ਚਾਈਲਡ ਲੈਡ ਸੈਸ਼ਨ ਹੋ ਜਾਂਦਾ ਆ। ਸੋ ਅਸੀਂ ਸ਼ੁਰੂ ਤੋਂ ਜੇ ਮਤਲਬ ਬੱਚੇ ਨੂੰ ਐਵੇਂ ਦਾ ਕੌਨਫੀਡੈਂਸ ਦੇਈਏ ਨਾ, ਆਪਣੇ ਘਰ ਤੋਂ ਹੀ ਕੌਨਫੀਡੈਂਸ ਦੇਈਏ। ਸਪੋਜ਼ ਬੱਚੇ ਨੇ ਕੇਕ ਬਣਾਉਣਾ ਆ ਤੇ ਅੰਡਾ ਟੁੱਟ ਗਿਆ ਆ, ਤੇ ਮਤਲਬ ਇੰਸਟੈਡ ਆਫ ਉਹਨੂੰ ਬੱਚੇ ਨੂੰ ਮਤਲਬ ਝਿੜਕਾਂ ਮਾਰਨ ਤੇ, ਬੱਚੇ ਨੂੰ ਡਾਂਟਣ ਤੇ, ਕਹੀਏ ਕਿ ਇਟਸ ਓਕੇ, ਐਕਸਪੀਰੀਅੰਸ ਹੈਗਾ ਆ, ਹਨਾ, ਸਾਰੇ ਲਰਨਿੰਗ ਐਕਸਪੀਰੀਅੰਸਿਸ ਹੈਗੇ ਆ ਬੱਚਿਆਂ ਦੇ। ਤੇ ਕਮਿੰਗ ਬੈਕ ਟੂ ਟੀਨੇਜ ਜਿਹੜੇ ਹੈਗੇ ਨੇ, ਉਹਨਾਂ ਨੂੰ ਐਕਸਟਰਾ ਜਿਹੜਾ ਹੈ ਨਾ ਸਪੋਰਟ ਦੀ ਲੋੜ ਹੁੰਦੀ ਹੈ। ਜਦੋਂ ਪੀਅਰ ਪ੍ਰੈਸ਼ਰ ਕਿੰਨਾ ਹੋ ਜਾਂਦਾ ਹੈ ਜਦੋਂ ਸਕੂਲ ਵਿੱਚ ਵਾਪਸ ਜਾਂਦੇ ਨੇ, ਸਪੈਸ਼ਲੀ ਹੁਣ ਇਹ ਜਿਹੜੀ ਸਿਚੁਏਸ਼ਨ ਐਟ ਦਾ ਮੋਮੈਂਟ ਹੈ, ਕੋਵਿਡ-19 ਤੋਂ ਬਾਅਦ ਸਕੂਲ ਵਾਪਸ ਜਾਣਾ ਆ, ਵੈਸੇ ਹੀ ਬਹੁਤ ਸਾਰੇ ਬੱਚੇ ਐਂਕਸ਼ੀਅਸ ਹੋਏ ਨੇ, ਹਨਾ, ਸਟ੍ਰੈਸ ਹੋਈ ਹੈ, ਪੇਰੈਂਟਸ ਵੀ ਸਟ੍ਰੈਸ ਹੈਗੇ ਨੇ। ਸੋ ਉਹ ਸਾਨੂੰ ਕਾਮ ਰਹਿ ਕੇ ਡੀਲ ਕਰਨਾ ਪਏਗਾ ਉਸ ਚੀਜ਼ ਦੇ ਨਾਲ, ਕਿਉਂਕਿ ਅਸੀਂ ਭੱਜ ਨਹੀਂ ਸਕਦੇ। ਜੇ ਭੱਜਣ ਵਾਲਾ ਫਿਰ ਉਹ ਆ ਜਾਏਗਾ ਮਤਲਬ, ਤੇ ਫਿਰ ਉਹ ਮੁਹਾਵਰੇ ਵਾਲੀ ਗੱਲ ਹੋ ਜਾਏਗੀ ਕਿ ਕਬੂਤਰ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਪਰ ਬਿੱਲੀ ਤਾਂ ਉੱਥੇ ਹੀ ਖੜੀ ਹੈ। ਸੋ ਅਸੀਂ ਜੇ ਅਵੋਇਡ ਵੀ ਕਰੀ ਜਾਵਾਂਗੇ, ਪਰ ਬੱਚਿਆਂ ਦੇ ਜਿਹੜੇ ਇਸ਼ੂਜ਼ ਹੈਗੇ ਨੇ ਉਹ ਉੱਥੇ ਹੀ ਰਹਿਣਗੇ। ਸੋ ਇਟਸ ਬੈਟਰ ਕਿ ਅਸੀਂ ਡੀਲ ਕਰਨ ਬਾਰੇ ਸਿੱਖੀਏ। ਸੋ ਮੈਂ ਕਹਿਣਾ ਚਾਹ ਰਹੀ ਸੀ ਕਿ ਤੁਹਾਡਾ ਜਿਵੇਂ ਵਰਕ ਰਿਲੇਟਡ ਐਕਸਪੀਰੀਅੰਸ ਹੈਗਾ ਆ, ਤੁਸੀਂ ਆਪਣਾ ਸ਼ੇਅਰ ਕਰੋ ਕੁਝ। ਮੈਂ ਜਿੱਦਾਂ ਅਲੱਗ-ਅਲੱਗ ਉਮਰ ਦੇ ਲੋਕਾਂ ਦੇ ਨਾਲ ਕੰਮ ਕਰਦੀ ਆ, ਤੇ ਜਿਨ੍ਹਾਂ ਦੇ ਵਿੱਚ ਟੀਨ ਏਜ ਵੀ ਹੈਗੇ ਆ, ਤੇ ਉਹਨਾਂ 'ਚ ਮੁੰਡੇ ਵੀ ਨੇ ਤੇ ਕੁੜੀਆਂ ਵੀ। ਤੇ ਜਦੋਂ ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ, ਜਿਵੇਂ ਐਜ਼ ਏ ਫੈਮਿਲੀ ਮੈਂਬਰ, ਮੈਂ ਆਪਣੀ ਜੌਬ ਨੂੰ ਪਾਸੇ ਛੱਡ ਕੇ ਥੋੜਾ ਜਿਹਾ ਉਹਨਾਂ ਨਾਲ ਜ਼ਿਆਦਾ ਵਧੀਆ ਰਿਲੇਸ਼ਨ ਬਣਾ ਕੇ ਜਦੋਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਦਾ ਅੰਦਰ ਫੋਲਿਆ, ਤਾਂ ਮੈਨੂੰ ਉਹਨਾਂ ਬੱਚਿਆਂ ਤੋਂ ਇਹੀ ਜਾਣਨ ਨੂੰ ਮਿਲਿਆ, ਸੰਦੀਪ ਕੌਰ, ਕਿ ਕਿਤੇ ਨਾ ਕਿਤੇ ਉਹਨਾਂ ਦੀ ਜ਼ਿੰਦਗੀ ਵਿਗੜਨ ਦੇ ਵਿੱਚ ਉਹਨਾਂ ਦੇ ਘਰ ਦਾ ਜਿਹੜਾ ਮਾਹੌਲ ਹੈ ਉਹਨੇ ਕੰਮ ਕੀਤਾ ਹੈ। ਅੱਧੀ ਰਾਤ ਨੂੰ ਬੱਚਾ 2 ਜਾਂ 3 ਵਜੇ ਵਾਪਸ ਆ ਰਿਹਾ ਹੈ, ਤੇ ਮਾਤਾ ਪਿਤਾ ਨੂੰ ਪਤਾ ਹੀ ਨਹੀਂ ਬੱਚਾ ਕਿੱਥੋਂ ਆ ਰਿਹਾ, ਜਾਂ ਕਦੀ ਉਹ ਧਿਆਨ ਹੀ ਨਹੀਂ ਦਿੰਦੇ, ਪਿਤਾ ਆ ਸ਼ਰਾਬ ਦੇ ਵਿੱਚ ਗੁੱਟ ਹੋ ਕੇ ਪਿਆ ਆ, ਤੇ ਮਾਂ ਚੋਰੀ ਉਹਨੂੰ ਅੰਦਰ ਵੜ ਕੇ ਉਹਨੂੰ ਕਹਿੰਦੀ ਹੈ ਬੱਚੇ ਜਾ ਕੇ ਉੱਪਰ ਸੋ ਜਾ, ਤੇ ਉਹਦੇ ਕਮਰੇ 'ਚ ਕਦੇ ਜਾ ਕੇ ਨਹੀਂ ਦੇਖਿਆ ਜਾਂਦਾ ਉਹ ਉੱਥੇ ਕੀ ਰੱਖਦਾ ਆ। ਉਹਦੇ ਕੋਲ 3 ਜਾਂ 4 ਫੋਨ, ਐਕਸਪੈਂਸਿਵ ਫੋਨ ਨੇ ਜਿਹੜੇ, ਉਹ ਕਿੱਥੋਂ ਆਏ ਜਦੋਂ ਕਿ ਉਹ ਕੰਮ ਨਹੀਂ ਕਰ ਰਿਹਾ ਤੇ ਘਰਦੇ ਉਹਨੂੰ ਪ੍ਰੋਵਾਈਡ ਨਹੀਂ ਕਰਾ ਰਹੇ। ਉਹਦੇ ਕੋਲ ਮਹਿੰਗੇ ਕੱਪੜੇ, ਬ੍ਰਾਂਡਡ ਸ਼ੂਜ਼ ਕਿੱਥੋਂ ਆਉਂਦੇ ਨੇ, ਤੇ ਉਹ ਇੰਨਾ ਸਮਾਂ ਬਾਹਰ ਸਪੈਂਡ ਕਿਉਂ ਕਰਦਾ ਹੈ? ਉਹਦੇ ਕੋਲ ਤਰ੍ਹਾਂ ਦੇ ਲੋਕ ਏਦਾਂ ਵੱਡੀਆਂ ਗੱਡੀਆਂ ਜਾਂ ਜੀਪਾਂ ਦੇ ਵਿੱਚ ਚੜ੍ਹ ਕੇ ਕਿਉਂ ਆਉਂਦੇ ਨੇ? ਉਹ ਬਾਰ-ਬਾਰ ਕਿਸੇ ਨੂੰ ਮਿਲਣ ਕਿਉਂ ਜਾਂਦਾ ਹੈ? ਉਹਨੂੰ ਬਾਰ-ਬਾਰ ਫੋਨ ਕਾਲਸ ਕਿਉਂ ਆਉਂਦੀਆਂ ਨੇ? ਜੀ, ਉਹ ਆਪ ਦੱਸਦੇ ਨੇ ਬੱਚੇ ਕਿ ਸਾਡੇ ਘਰਦਿਆਂ ਨੇ ਕਦੇ ਨੋਟਿਸ ਹੀ ਨਹੀਂ ਕੀਤਾ, ਤੇ ਜੇ ਨੋਟਿਸ ਕੀਤਾ ਕਈਆਂ ਨੇ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ, ਜਾਂ ਇਸ ਤਰੀਕੇ ਨਾਲ ਨੋਟਿਸ ਨਹੀਂ ਹੋਇਆ। ਜੇ ਮਾਂ ਕੱਲੀ ਕਹਿ ਰਹੀ ਹੈ ਤਾਂ ਬਾਕੀ ਪਰਿਵਾਰ ਦੇ ਮੈਂਬਰ ਉਹਦਾ ਸਾਥ ਹੀ ਨਹੀਂ ਦੇ ਰਹੇ। ਜੀ,
ਤੇ ਅਖੀਰ ਕੀ ਹੋਇਆ, ਤੇ ਉਹ ਬੱਚੇ ਹੁਣ ਮਤਲਬ ਇਹੋ ਜੀ ਸਿਚੁਏਸ਼ਨ 'ਚ ਪਹੁੰਚ ਗਏ ਜਿੱਥੇ ਉਹਨਾਂ ਦੇ ਉੱਪਰ ਕ੍ਰਿਮੀਨਲ ਦਾ ਜਿਹੜਾ ਟੈਗ ਹੈ ਲੱਗ ਚੁੱਕਿਆ, ਤੇ ਉਹਨਾਂ ਨੂੰ ਸੁਸਾਇਟੀ ਦੇ ਵਿੱਚ ਮੁੜ ਕੇ ਉਹ ਪਲੇਸ ਨਹੀਂ ਮਿਲਣੀ ਤੇ ਜਿਹੜੀ ਉਹਨਾਂ ਨੂੰ ਮਿਲਣੀ ਚਾਹੀਦੀ ਸੀ ਜਾਂ ਮਿਲ ਸਕਦੀ ਸੀ। ਇਸੇ ਤਰ੍ਹਾਂ ਧੀਆਂ ਦੇ ਨਾਲ ਹੁੰਦਾ ਹੈ, ਪੁੱਤਰਾਂ ਦੇ ਧੀਆਂ ਦੇ ਨਾਲ ਵੀ। ਸਕੂਲ ਕਾਲਜ ਦੇ ਵਿੱਚ ਕਈ ਵਾਰੀ ਭੋਲੀਆਂ ਹੁੰਦੀਆਂ ਨੇ ਗੁੱਡੀਆਂ, ਉਹ ਭਰਮਾ ਲਈਆਂ ਜਾਂਦੀਆਂ ਨੇ ਇਹੋ ਜਿਹੇ ਚਲਾਕ ਗਰੋਹਾਂ ਵੱਲੋਂ, ਲੋਕਾਂ ਵੱਲੋਂ, ਤੇ ਜਿਨ੍ਹਾਂ ਦੇ ਨਾਲ ਉਹਨਾਂ ਦੀਆਂ ਗਲਤ ਵੀਡੀਓਜ਼ ਬਣਾ ਲੈਣੀਆਂ, ਉਹਨਾਂ ਦੀਆਂ ਫੋਟੋਆਂ ਖਿੱਚ ਲੈਣੀਆਂ, ਜਾਂ ਉਹਨਾਂ ਨੂੰ ਕੋਈ ਕੁਛ ਪਲਾ ਦੇਣਾ ਕਿਸੇ ਚੀਜ਼ ਦੇ ਵਿੱਚ, ਤੇ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਤੇ ਉਹਨਾਂ ਨੂੰ ਕਿਸੇ ਤਰੀਕੇ ਗਲਤ ਹੱਥਾਂ ਦੇ ਵਿੱਚ ਚਾੜ ਦੇਣਾ, ਤੇ ਉਹ ਪੇਰੈਂਟਸ ਨੂੰ ਵੀ ਨਹੀਂ ਦੱਸਦੀਆਂ ਸ਼ਰਮ ਦੀਆਂ ਮਾਰੀਆਂ, ਤੇ ਅੰਦਰੋਂ ਅੰਦਰ ਘੁੱਟਦੀਆਂ ਨੇ, ਤੇ ਇਹੋ ਜਿਹੇ ਕੰਮ ਕਰਦੀਆਂ ਚਲੀਆਂ ਜਾਂਦੀਆਂ ਨੇ, ਤੇ ਜਿਨ੍ਹਾਂ ਦਾ ਅੰਤ ਬਹੁਤ ਮਾੜਾ ਹੈ, ਕਈ ਵਾਰੀ ਕਤਲ ਤੱਕ, ਡਾਕੇ ਤੱਕ, ਤੇ ਜਾਂ ਜਿਸਮ ਫਰੋਸੀ, ਤੇ ਉਦੋਂ ਤੋਂ ਬਾਅਦ ਪ੍ਰਿਜ਼ਨ। ਸੋ ਬਹੁਤ ਜ਼ਰੂਰੀ ਹੈ ਕਿ ਆਪਣੇ ਬੱਚੇ ਬੱਚੀਆਂ ਨੂੰ ਆਪਣੇ ਦੋਸਤ ਬਣਾਈਏ। ਇੱਕ ਮੈਂ ਇਹੋ ਜਿਹੀ ਧੀ ਦੇ ਬਾਰੇ ਵੀ ਤੁਹਾਨੂੰ ਦੱਸਣਾ ਚਾਹਾਂਗੀ ਇੱਥੇ, ਤੇ ਉਹ ਤਕਰੀਬਨ 2 ਸਾਲ ਇਸੇ ਤਰ੍ਹਾਂ ਇੱਕ ਗਰੋਹ ਵੱਲੋਂ ਯੂਜ਼ ਹੁੰਦੀ ਰਹੀ, ਤੇ ਉਹਦੇ ਮਾਤਾ ਪਿਤਾ ਨੂੰ ਪਤਾ ਹੀ ਨਹੀਂ ਲੱਗਾ ਕਿ ਸਾਡੀ ਧੀ ਦੇ ਨਾਲ ਕੀ ਹੋ ਰਿਹਾ ਹੈ। ਉਹਦੀਆਂ ਬਾਹਾਂ ਦੇ ਉੱਪਰ ਤਕਰੀਬਨ 20 ਕੱਟ ਦੇ ਨਿਸ਼ਾਨ ਸੀ। ਏਦਾਂ ਲੱਗਦਾ ਉਹਨੇ ਆਪਣੇ ਆਪ ਨੂੰ ਖਤਮ ਕਰਨ ਦੇ ਲਈ ਵੀ ਬਲੇਡ ਨਾਲ ਕੱਟ ਕੇ ਏਦਾਂ ਕੋਸ਼ਿਸ਼ ਕੀਤੀ ਕਿ ਮੇਰੇ ਕੋਲ ਹੁਣ ਕੋਈ ਰਸਤਾ ਨਹੀਂ ਹੈ, ਮੈਂ ਕਿੱਦਾਂ ਬਚਾਂ। 14-15 ਸਾਲ ਦੀ ਬੇਟੀ, ਤੇ ਅਖੀਰ ਦੇ ਵਿੱਚ ਤੇ ਜਦੋਂ ਪਰਦਾਫਾਸ਼ ਵੀ ਹੋਇਆ, ਪਤਾ ਲੱਗਾ ਕਿ ਸਾਰਾ ਕੁਝ ਹੋਇਆ, ਤਾਂ ਉਹ ਕਹਾਣੀ ਕਿਸੇ ਹੋਰ ਹੀ ਮੋੜ ਤੇ ਤੁਰ ਪਈ। ਤੇ ਇਹਦੇ ਨਾਲ ਕੀ ਹੋਇਆ ਕਿ ਜਿਹੜੀ ਧੀ ਹੈ ਉਹਨੂੰ ਹੀ ਮੂੰਹ ਲੁਕਾਉਣਾ ਪਿਆ, ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ ਬੇਪਛਾਣ ਹੋ ਕੇ, ਆਪਣੀ ਆਇਡੈਂਟੀਟੀ ਲੁਕਾ ਕੇ ਉਹ ਆਪਣੀ ਜ਼ਿੰਦਗੀ ਜਿਉਣ ਤੇ ਜਿੱਦਾਂ ਮਜਬੂਰ ਹੋਈ ਹੈ। ਪਰ ਜੇ ਕਿਤੇ ਸ਼ੁਰੂ ਦੇ ਵਿੱਚ ਉਹਦਾ ਰਿਸ਼ਤਾ ਆਪਣੀ ਮਾਂ ਦੇ ਨਾਲ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਇੰਨਾ ਮਜ਼ਬੂਤ ਬਣਿਆ ਹੁੰਦਾ ਕਿ ਉਹਨਾਂ ਨਾਲ ਗੱਲ ਸ਼ੇਅਰ ਕਰਦੀ, ਤਾਂ ਹੋ ਸਕਦਾ ਇੱਥੋਂ ਤੱਕ ਨੌਬਤ ਨਾ ਪਹੁੰਚਦੀ। ਉਹ ਪਹਿਲਾਂ ਹੀ ਪੁਲਿਸ ਕੋਲ ਜਾਂਦੇ ਜਾਂ ਕਿਸੇ ਤਰੀਕੇ ਆਪਣੀ ਬੱਚੀ ਨੂੰ ਬਚਾਉਂਦੇ, ਕਾਨੂੰਨ ਦਾ ਸਹਾਰਾ ਲੈਂਦੇ, ਕਿਉਂਕਿ ਇਹਨਾਂ ਕੰਟਰੀਜ਼ ਦੇ ਵਿੱਚ ਇੰਨਾ ਔਖਾ ਨਹੀਂ ਹੈ। ਪਰ ਬੱਚਿਆਂ ਦੇ ਨਾਲ ਜਿਹੜਾ ਸਾਡਾ ਰਿਲੇਸ਼ਨਸ਼ਿਪ ਹੈ, ਜਦੋਂ ਉਹ ਵਧੀਆ ਨਹੀਂ ਹੁੰਦਾ, ਤਾਂ ਸਾਡੇ ਬੱਚੇ ਇਹੋ ਜਿਹੇ ਹਾਲਾਤਾਂ 'ਚ ਪਹੁੰਚ ਜਾਂਦੇ ਨੇ ਜਿਹਦੇ ਲਈ ਮੁੜ ਕੇ ਅਸੀਂ ਜਾਂ ਰੋਂਦੇ ਹਾਂ, ਉਹਨਾਂ ਦੀਆਂ ਪੇਪਰਾਂ 'ਚ ਫੋਟੋਆਂ ਦੇਖਦੇ ਹਾਂ, ਤੇ ਇਸ ਤਰ੍ਹਾਂ ਦੇ ਨਾਲ ਜਦੋਂ ਦੂਜੇ ਕਈ ਵਾਰੀ ਦੋਸਤ ਮਿੱਤਰ ਰਿਸ਼ਤੇਦਾਰ ਵੀ ਆ ਕੇ ਸਾਨੂੰ ਨਮੋਸ਼ੀ ਦਿੰਦੇ ਨੇ, ਤੇ ਫਿਰ ਸਾਡੇ ਲਈ ਸਹਿਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਟੀਨ ਏਜ ਬੜੀ ਕ੍ਰਿਟੀਕਲ ਹੈ, ਤੇ ਬੜਾ ਹੀ ਸੰਭਲ ਕੇ ਬੱਚਿਆਂ ਦੇ ਪੇਰੈਂਟਸ ਨੂੰ ਕਦਮ ਦਰ ਕਦਮ ਫੂਕ ਕੇ ਰੱਖਣਾ ਪੈਂਦਾ ਹੈ। ਆਪਣੇ ਬੱਚਿਆਂ ਦੇ ਦੋਸਤ ਵੀ ਬਣਨਾ ਹੈ, ਪਰ ਨਾਲ ਨਾਲ ਮਾਤਾ ਪਿਤਾ ਵੀ ਬਣ ਕੇ ਰਹਿਣਾ ਹੈ। ਦੋਹਰਾ ਰਿਸ਼ਤਾ ਹੈ, ਤੇ ਇਹ ਨਿਭਾ ਕੇ ਹੀ ਅਸੀਂ ਵਧੀਆ ਜਿਹੜੇ ਮਾਤਾ ਪਿਤਾ ਸਾਬਤ ਹੋ ਸਕਦੇ ਹਾਂ। ਸੰਦੀਪ ਕੌਰ, ਬਾਇਓਲੋਜੀਕਲ ਤੌਰ ਤੇ ਮਾਤਾ ਪਿਤਾ ਬਣਨਾ ਬਹੁਤ ਸੌਖਾ ਹੈ, ਕੋਈ ਔਖਾ ਬੱਚੇ ਨੂੰ ਬਰਥ ਦੇਣਾ, ਪਰ ਮਾਤਾ ਪਿਤਾ ਦਾ ਰੁਤਬਾ ਪਾਉਣਾ, ਪੇਰੈਂਟਸ ਬਣਨਾ, ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ, ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈ। ਇਹਨੂੰ ਨਿਭਾਉਣਾ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਸਾਡੇ ਲਈ ਅੱਜ ਦੇ ਸਮੇਂ 'ਚ, ਜਦੋਂ ਕਿ ਜ਼ਿੰਦਗੀ ਜਾਂ ਆਲਾ ਦੁਆਲਾ ਸਿੰਪਲ ਨਹੀਂ ਰਹਿ ਗਿਆ। ਪੂਰੀ ਦੁਨੀਆ ਇੱਕ ਪਿੰਡ ਬਣ ਚੁੱਕੀ ਹੈ। ਸਾਡੇ ਬੱਚੇ ਦੇ ਹੱਥ ਦੇ ਵਿੱਚ ਜੋ ਟੈਬ ਆ, ਤੇ ਜਾਂ ਕੰਪਿਊਟਰ ਹੈ ਜਾਂ ਫੋਨ ਹੈ, ਉਹ ਉਹਨੂੰ ਪੂਰੀ ਦੁਨੀਆ ਨਾਲ ਜੋੜ ਰਿਹਾ ਹੈ। ਪਤਾ ਨਹੀਂ ਕਿਹੜੇ ਵੇਲੇ ਕਿਹੋ ਜਿਹੇ ਲੋਕ ਉਹਦੇ ਸੰਪਰਕ ਵਿੱਚ ਆ ਜਾਣ। ਸੋ ਹਰ ਤਰ੍ਹਾਂ ਦੇ ਨਾਲ ਪੈਣੀ ਨਜ਼ਰ ਰੱਖਣੀ, ਉਹਨੂੰ ਵਿਸ਼ਵਾਸ 'ਚ ਲੈਣਾ, ਉਹਨੂੰ ਸਮਝਾਉਣਾ, ਗੱਲਾਂ ਗੱਲਾਂ ਦੇ ਨਾਲ ਉਹਨੂੰ ਦੱਸ ਦੇਣਾ ਕਿ ਇੰਨੀ ਦੁਨੀਆ ਸਿੱਧੀ ਨਹੀਂ ਜਿੰਨਾ ਤੂੰ ਸਮਝ ਰਿਹਾ ਹੈ। ਸੋ ਬਹੁਤ ਜ਼ਰੂਰੀ ਹੈ ਸਾਰਾ ਕੁਝ ਹੈਂਡਲ ਕਰਨਾ। ਜੀ ਬਿਲਕੁਲ ਸਹੀ ਗੱਲ ਹੈ ਜੀ। ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇੰਟਰਨੈਟ ਐਕਸੈਸ, ਇਹ ਸਾਰਾ ਕੁਝ ਇੰਨੀ ਅਵੇਲੇਬਿਲਿਟੀ ਹੈਗੀ ਆ ਨਾ ਇਹਨਾਂ ਚੀਜ਼ਾਂ ਦੀ, ਇੰਨੀ ਈਜ਼ੀ ਐਕਸੈਸ ਹੈਗੀ ਆ, ਤੇ ਉਹ ਛੋਟੇ ਬੱਚੇ ਕਈ ਵਾਰੀ ਰੀਅਲਾਈਜ਼ ਨਹੀਂ ਕਰ ਪਾਉਂਦੇ। ਕੋਈ ਗੇਮ ਖੇਲ ਰਹੇ ਨੇ, ਉਹਨਾਂ ਨੂੰ ਲੱਗਦਾ ਕਿਸੇ ਬੱਚੇ ਨਾਲ ਖੇਡ ਰਹੇ ਨੇ, ਪਰ ਦੂਜੀ ਸਾਈਡ ਤੇ ਵੀ ਡੋਨਟ ਨੋ ਕਿ ਕੌਣ ਬੈਠਾ ਹੋਇਆ ਹੈ ਨਾ। ਤੇ ਇਹ ਸਾਰਾ ਕੁਝ ਐਕਚੁਅਲੀ ਘਰ ਤੋਂ ਹੀ ਆਏਗਾ। ਸਾਨੂੰ ਹੀ ਜਿਹੜਾ ਸਾਡਾ ਸਪੈਸ਼ਲੀ ਸਾਡੀ ਸੁਸਾਇਟੀ ਦਾ ਕਨਸੈਪਟ ਆ ਨਾ, ਜਿਹੜੇ ਕਨਸੈਪਟ ਨਹੀਂ ਹੈਗੇ ਸਾਡੇ ਵਿੱਚ, ਸਾਨੂੰ ਲਿਆਣੇ ਪੈਣਗੇ, ਸਾਨੂੰ ਹੀ ਚੇਂਜ ਹੋਣਾ ਪਏਗਾ। ਬੱਚੇ, ਇਹ ਤਾਂ ਅੱਗੇ ਜਨਰੇਸ਼ਨ ਵੱਧ ਰਹੀ ਹੈ, ਅੱਗੇ ਤੋਂ ਅੱਗੇ ਹੋਰ ਚੀਜ਼ਾਂ ਹੋ ਰਹੀਆਂ ਨੇ, ਬੱਚੇ ਅੱਗੇ ਤੋਂ ਅੱਗੇ ਕਿੰਨੇ ਸਿਆਣੇ ਹੋ ਰਹੇ ਨੇ। ਸੋ ਸਾਡੇ ਆਪਣੇ ਤੇ ਹੈ, ਅਸੀਂ ਉਹਨਾਂ ਨਾਲ ਸਮੂਥ ਰਿਲੇਸ਼ਨਸ਼ਿਪ ਕਿਵੇਂ ਰੱਖਣੀ ਹੈ, ਉਹਨਾਂ ਦਾ ਟਰਸਟ ਕਿਵੇਂ ਗੇਨ ਕਰਨਾ ਆ, ਤਾਂ ਕਿ ਬੱਚਾ ਕੋਈ ਗੱਲ ਕੁਝ ਮਤਲਬ ਜਿਹੜਾ ਅਸੀਂ ਸਾਡੇ ਆਪਣੀਆਂ ਧਾਰਨਾਵਾਂ ਹੁੰਦੀਆਂ ਕੁਝ ਗਲਤ ਸਹੀ ਵਾਲੀਆਂ ਵੀ, ਪਰ ਅਗਰ ਕੁਝ ਹੋ ਜਾਂਦਾ ਆ ਤੇ ਬੱਚਾ ਓਪਨਲੀ ਆ ਕੇ ਸਾਨੂੰ ਦੱਸ ਸਕੇ। ਉਹਨੂੰ ਇਹ ਨਾ ਲੱਗੇ ਉਹ ਮੈਨੂੰ ਝਿੜਕੇ ਪੈਣਗੇ, ਜਾਂ ਫਿਰ ਮੈਨੂੰ ਕੋਈ ਕੁੱਟੇਗਾ ਘਰ ਦਾ, ਜਾਂ ਫਿਰ ਪਤਾ ਨਹੀਂ
ਸਮਾਜ ਦਾ ਡਰ ਹੋ ਜਾਂਦਾ, ਲੋਕ ਕੀ ਕਹਿਣਗੇ ਜਾਂ ਕੁਝ ਵੀ ਐਵੇਂ। ਸੋ ਬੱਚੇ ਦੇ ਨਾਲ ਉਹ ਜਿਹੜੇ ਰਿਲੇਸ਼ਨਸ਼ਿਪ ਹੈ ਉਹ ਟਰਸਟ ਵਾਲੀ ਹੋਵੇ, ਤਾਂ ਕਿ ਬੱਚਾ ਕੌਨਫੀਡੈਂਟਲੀ ਆ ਕੇ ਸ਼ੇਅਰ ਕਰ ਸਕੇ ਸਾਡੇ ਨਾਲ ਕੁਝ ਵੀ। ਰੱਬ ਨਾ ਕਰੇ ਜੇ ਸਾਡੇ ਪੁੱਤਰ ਨਾਲ, ਜੇ ਧੀ ਦੇ ਨਾਲ ਬਾਹਰ ਕੁਝ ਗਲਤ ਹੋ ਵੀ ਗਿਆ ਤਾਂ ਜੀ। ਉਹਨੂੰ ਛੁਪਾਉਂਦਿਆਂ ਉਹ ਹੋਰ ਗਲਤੀਆਂ ਕਰਦੇ ਜਾਣਗੇ, ਕਿਉਂਕਿ ਉਹ ਸਾਡੇ ਤੋਂ ਡਰ ਰਹੇ ਨੇ। ਸਾਡਾ ਰਿਲੇਸ਼ਨਸ਼ਿਪ ਉਹਨਾਂ ਨਾਲ ਵਧੀਆ ਨਹੀਂ, ਇੱਕ ਡਰ ਹੈ ਮਾਤਾ ਪਿਤਾ ਦਾ। ਜਦੋਂ ਕਿ ਹੋਣਾ ਇਹ ਚਾਹੀਦਾ ਸੀ ਕਿ ਕੁਝ ਗਲਤ ਹੋ ਵੀ ਗਿਆ ਤਾਂ ਕੀ ਹੈ, ਆਪਾਂ ਸੰਭਾਲ ਲਵਾਂਗੇ। ਮਾਤਾ ਪਿਤਾ ਕਹਿਣ ਕਿ ਅਸੀਂ ਬੱਚੇ ਤੇਰੇ ਨਾਲ ਆ, ਪੇਰੈਂਟਸ ਹੋਰ ਹੁੰਦੇ ਕਾਹਦੇ ਲਈ ਨੇ ਜੀ। ਜੇ ਇਸ ਤਰ੍ਹਾਂ ਦਾ ਰਿਲੇਸ਼ਨਸ਼ਿਪ ਹੋਵੇ ਨਾ ਆਪਣੇ ਪੁੱਤਰਾਂ ਤੇ ਧੀਆਂ ਦੇ ਨਾਲ, ਤਾਂ ਸਾਡੇ ਜਿਹੜੇ ਸਮਾਜ ਦਾ ਜਿਹੜਾ ਨਕਸ਼ਾ ਹੈ ਨਾ ਉਹ ਬਿਲਕੁਲ ਹੋਰ ਹੋਏਗਾ। ਤੇ ਜੇ ਅਸੀਂ ਗੁਰੂ ਦੇ ਸਿੱਖ ਆਪਣੇ ਆਪ ਨੂੰ ਅਖਵਾਉਂਦੇ ਆ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਆ, ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਸਿਰਫ ਅਸੀਂ ਪਾਠ ਕਰ ਲਿਆ, ਗੁਰਦੁਆਰੇ ਮੱਥਾ ਟੇਕ ਲਿਆ, ਲੰਗਰ ਕਰਾ ਲਿਆ, ਅਖੰਡ ਪਾਠ ਕਰਾ ਲਿਆ ਤੇ ਬਸ ਇਹਦੇ ਨਾਲ ਧਰਮ ਕਰਮ ਪੂਰਾ ਹੋ ਗਿਆ। ਸਮਾਜ ਦੇ ਵਿੱਚ ਕਿਵੇਂ ਵਿਚਰਨਾ, ਨਵੇਂ ਸਿਟੀਜ਼ਨ ਪੈਦਾ ਕਰਦੇ ਆ ਜਾਂ ਉਹਨਾਂ ਨੂੰ ਵੱਡੇ ਕਰਦੇ ਆ, ਕਿਹਨਾਂ ਗੱਲਾਂ ਦਾ ਖਿਆਲ ਰੱਖਣਾ ਹੈ, ਅੱਜ ਦੀ ਸੁਸਾਇਟੀ ਦੇ ਵਿੱਚ ਅਸੀਂ ਕਿਸ ਤਰ੍ਹਾਂ ਆਪਣੀ ਜਿਹੜੀ ਇਮੇਜ ਹੈ ਉਹਨੂੰ ਵਧੀਆ ਬਣਾ ਕੇ ਰੱਖਣਾ ਹੈ, ਇਹਨਾਂ ਸਾਰੀਆਂ ਗੱਲਾਂ ਨੂੰ ਵੀ ਧਿਆਨ 'ਚ ਰੱਖਣਾ ਹੈ। ਧਰਮ ਇਹ ਸਾਰਾ ਕੁਝ ਸਿਖਾਉਂਦਾ ਹੈ। ਜ਼ਿੰਮੇਵਾਰੀ ਦੇ ਨਾਲ ਆਪਣੀ ਡਿਊਟੀ ਨਿਭਾਣੀ, ਭਾਵੇਂ ਉਹ ਫਰਜ਼, ਉਹ ਡਿਊਟੀ ਮਾਤਾ ਪਿਤਾ ਦੀ ਹੈ, ਭਾਵੇਂ ਬੱਚਿਆਂ ਦੀ ਹੈ, ਭੈਣ ਭਰਾ ਦੀ ਹੈ, ਜਿੱਥੇ ਵੀ ਕਿਤੇ ਅਸੀਂ ਹੈਗੇ ਆ, ਹਰੇਕ ਕਾਰਜ ਹੈ ਆਪਣਾ ਆਪਣੀ ਜ਼ਿੰਮੇਵਾਰੀ ਨਾਲ ਨਿਭਾਈਏ, ਤਾਂ ਹੀ ਅਸੀਂ ਵਧੀਆ ਧਾਰਮਿਕ ਇਨਸਾਨ ਅਖਵਾ ਸਕਦੇ ਹਾਂ। ਧਰਮ ਸਿਰਫ ਕੱਪੜਿਆਂ ਦਾ ਨਾਂ ਨਹੀਂ ਹੈ, ਧਰਮ ਸਿਰਫ ਕੁਝ ਬਾਣੀਆਂ ਰੱਟਣ ਦਾ ਨਾਂ ਨਹੀਂ ਹੈ, ਧਰਮ ਸਿਰਫ ਗੁਰਦੁਆਰੇ ਜਾ ਕੇ ਡੰਡੌਤ ਕਰਨ ਦਾ ਨਾਂ ਨਹੀਂ ਹੈ। ਇਹ ਤਾਂ ਸਾਰਾ ਕੁਝ ਉਹਦੇ ਦਾਇਰੇ 'ਚ ਆਉਂਦਾ ਹੈ, ਪਰ ਇਹਦੇ ਨਾਲ ਜ਼ਰੂਰੀ ਹੈ ਕਿ ਧਰਮ ਨੂੰ ਅਸੀਂ ਧਾਰਨ ਕਰੀਏ, ਉਹ ਸਾਡੇ ਜੀਵਨ 'ਚੋਂ ਪ੍ਰਗਟ ਹੋਵੇ। ਸਾਡੇ ਆਪਣੇ ਪਰਿਵਾਰ ਦੇ ਨਾਲ ਜਿਹੜੇ ਰਿਲੇਸ਼ਨ ਨੇ ਉਹ ਕਿਹੋ ਜਿਹੇ ਨੇ। ਜੇ ਅਸੀਂ ਗੱਲ-ਗੱਲ ਤੇ ਗਾਲ ਕੱਢਦੇ ਹਾਂ ਤਾਂ ਸਾਡੇ ਬੱਚੇ ਵੀ ਕੱਢਣਗੇ ਕਿ ਮੈਂ ਇੱਕ ਇਹੋ ਜਿਹੀ ਧੀ ਨੂੰ ਮਿਲੀ ਜਿਹੜੀ ਬਿਲਕੁਲ ਪੰਜਾਬੀ ਨਹੀਂ ਜਾਣਦੀ। ਸੰਦੀਪ ਕੌਰ, ਮੈਂ ਆਪਣੇ ਕੰਮ ਦੇ ਦੌਰਾਨ ਦੀ ਗੱਲ ਕਰ ਰਹੀ ਹਾਂ। ਹਾਂਜੀ, ਬਿਲਕੁਲ ਪੰਜਾਬੀ ਨਹੀਂ ਆਉਂਦੀ, ਪਰ ਜਦੋਂ ਗਾਲਾਂ ਕੱਢਦੀ ਹੈ ਤਾਂ ਬੰਦਿਆਂ ਦੀਆਂ ਗਾਲਾਂ ਨੂੰ ਵੀ ਮਾਤ ਪਾਉਂਦੀਆਂ ਨੇ ਉਹਦੀਆਂ ਗਾਲਾਂ, ਉਹ ਪੰਜਾਬੀ 'ਚ। ਮੈਂ ਹੈਰਾਨ ਹੋ ਗਈ ਕਿ ਬੇਟਾ ਜੀ ਬਾਕੀ ਪੰਜਾਬੀ ਤਾਂ ਤੈਨੂੰ ਆਉਂਦੀ ਕੋਈ ਨਹੀਂ, ਤੇ ਗਾਲਾਂ ਕਿੱਥੋਂ ਸਿੱਖੀਆਂ? ਉਹ ਕਹਿੰਦੀ ਮੇਰੇ ਮੰਮ, ਮੇਰੇ ਡੈਡੀ, ਉਹ ਘਰ ਦੇ ਵਿੱਚ ਏਦਾਂ ਹੀ ਗਾਲਾਂ ਕੱਢਦੇ ਨੇ ਤੇ ਮੈਂ ਉਹਨਾਂ ਤੋਂ ਸਿੱਖੀ ਆ। ਤੇ ਮੈਂ ਚੰਗੀਆਂ ਗੱਲਾਂ ਕਿਉਂ ਨਹੀਂ ਸਿੱਖੀਆਂ? ਬਾਕੀ ਕੋਈ ਚੰਗਾ ਵੀ ਤਾਂ ਕਰਦੇ ਹੋਣਗੇ, ਬੋਲਦੇ ਹੋਣਗੇ, ਪਰ ਬੱਚੇ ਏਦਾਂ ਦੀਆਂ ਚੀਜ਼ਾਂ ਪਿਕ ਛੇਤੀ ਕਰਦੇ ਨੇ। ਸੋ ਸਾਨੂੰ ਆਪਣੀ ਜ਼ੁਬਾਨ ਤੇ ਵੀ ਕੰਮ ਕਰਨਾ ਚਾਹੀਦਾ ਹੈ। ਜਿਹੋ ਜਿਹਾ ਸੋਚਾਂਗੇ ਉਹੋ ਜਿਹਾ ਕਰਾਂਗੇ। ਜੇ ਮਨ ਦੇ ਵਿੱਚ ਇਹੋ ਜਿਹੇ ਖਿਆਲਾਤ ਆਉਣਗੇ ਤਾਂ ਜ਼ੁਬਾਨ ਤੇ ਵੀ ਆਉਣਗੇ। ਤੇ ਯਾਦ ਰੱਖਿਓ, ਸਾਡੇ ਬੱਚਿਆਂ ਦੀਆਂ ਜ਼ੁਬਾਨਾਂ ਤੇ ਚੜ੍ਹਦੇ ਆ ਦੇਰ ਨਹੀਂ ਲੱਗਣੀ। ਫਿਰ ਉਹ ਸੁਸਾਇਟੀ ਦੇ ਵਿੱਚ ਜਿਵੇਂ ਉਸ ਧੀ ਨੇ ਮੈਨੂੰ ਅੱਜ ਦੱਸਿਆ ਤਾਂ ਹੋਰ ਪਤਾ ਨਹੀਂ ਕਿੰਨਿਆਂ ਨੂੰ ਦੱਸੇਗੀ। ਤੇ ਤੁਸੀਂ ਦੇਖੋ ਤੁਹਾਡੇ ਪਰਿਵਾਰ ਦੀ ਇਮੇਜ ਹੈ ਜਿਹੜੀ ਉਹ ਬਾਹਰ ਕਿਹੋ ਜਿਹੀ ਬਣੇਗੀ। ਹਾਂਜੀ, ਓਕੇ, ਥੈਂਕ ਯੂ ਸੋ ਮਚ ਭੈਣ ਜੀ। ਟਾਈਮ ਹੋ ਰਿਹਾ ਆਪਣਾ ਜੀ, ਬੜੀ ਜਲਦੀ ਟਾਈਮ ਹੋ ਜਾਂਦਾ ਹੈ ਤੇ ਜੀ ਕਰਦਾ ਹੈ ਗੱਲਾਂ ਕਰਦੇ ਹੀ ਰਹੀਏ ਐਵੇਂ। ਬਿਲਕੁਲ। ਸੋ ਸੰਦੀਪ ਕੌਰ, ਆਪਾਂ ਸਾਰਿਆਂ ਨੇ ਰਲ ਮਿਲ ਕੇ ਆਪਣੇ ਸਮਾਜ ਨੂੰ ਸਿਹਤਮੰਦ ਬਣਾਉਣਾ ਹੈ ਤੇ ਸਾਡੇ ਹੱਥਾਂ ਦੇ ਵਿੱਚ, ਸਪੈਸ਼ਲੀ ਮਾਵਾਂ ਦੇ ਵਿੱਚ ਸਾਡਾ ਭਵਿੱਖ ਹੈ, ਸਾਡੀ ਕੌਮ ਦਾ ਭਵਿੱਖ ਹੈ। ਤੇ ਇਹਨੂੰ ਸੰਭਾਲਣਾ, ਇਹਨੂੰ ਵਧੀਆ ਤਰੀਕੇ ਦੇ ਨਾਲ ਦੁਨੀਆ ਦੇ ਅੱਗੇ ਲੈ ਕੇ ਆਉਣਾ। ਕੱਲ ਦੀ ਲੀਡਰਸ਼ਿਪ ਇਹਨਾਂ ਚੋਂ ਪੈਦਾ ਹੋਏਗੀ, ਕੱਲ ਦੇ ਵਕੀਲ, ਡਾਕਟਰ, ਇੰਜੀਨੀਅਰ ਇਹਨਾਂ ਚੋਂ ਪੈਦਾ ਹੋਣੇ ਨੇ, ਕੱਲ ਦੀਆਂ ਵਧੀਆ ਮਾਵਾਂ ਇਹਨਾਂ ਚੋਂ ਪੈਦਾ ਹੋਣੀਆਂ ਨੇ। ਸੋ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਤੇ ਬੜੇ ਸੰਭਾਲ ਕੇ ਉਹਨਾਂ ਦਾ ਜਿਹੜਾ ਬਚਪਨ ਹੈ ਉਹਨੂੰ ਜਵਾਨੀ 'ਚ ਲੈ ਕੇ ਜਾਈਏ ਤੇ ਉਹਨਾਂ ਨੂੰ ਬੜੇ ਪ੍ਰੌਡ ਵਿਅਕਤੀਤਵ ਦੇ ਜਿਹੜੇ ਮਾਲਕ ਬਣਾਈਏ, ਸਿਆਣੇ ਬਣਾਈਏ। ਜਿੰਨਾ ਕੁ ਕਰ ਸਕਦੇ ਆ ਆਪਣੇ ਵੱਲੋਂ ਜ਼ਰੂਰ ਕਰੀਏ, ਤਾਂ ਜੋ ਕੱਲ ਨੂੰ ਕੋਈ ਉਲਾਂਭਾ ਨਾ ਰਹੇ ਕਿ ਸਾਡੇ ਮਾਤਾ ਪਿਤਾ ਨੇ ਸਾਨੂੰ ਟਾਈਮ ਨਹੀਂ ਦਿੱਤਾ ਜਾਂ ਸਾਡੇ ਲਈ ਕੋਈ ਕਸਰ ਛੱਡ ਦਿੱਤੀ। ਸੋ ਆਪਣੀ ਜਿਹੜੀ ਡਿਊਟੀ ਹੈ, ਆਪਣਾ ਫਰਜ਼ ਹੈ, ਉਹ ਬਾਖੂਬੀ ਨਿਭਾਈਏ ਤੇ ਅੱਗੇ ਜੋ ਉਹ ਚਾਹਣਗੇ ਉਹ ਆਪੇ ਕਰ ਲੈਣਗੇ। ਉਹ ਵੀ ਬਥੇਰੇ ਸਿਆਣੇ ਨੇ, ਪਰ ਜ਼ਰੂਰੀ ਹੈ ਕਿ ਉਹਨਾਂ ਦੀਆਂ ਨੀਹਾਂ ਅਸੀਂ ਪੱਕੀਆਂ ਕਰਨ ਦੇ ਵਿੱਚ ਕੋਈ ਕਸਰ ਨਾ ਛੱਡੀਏ। ਬਿਲਕੁਲ ਜੀ, ਓਕੇ। ਹੁਣ ਆਪਾਂ ਫਤਿਹ ਬੁਲਾਉਂਦੇ ਹਾਂ ਜੀ, ਹਾਂਜੀ, ਰਲ ਮਿਲ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ।